ਅੱਜ मैं ਤੁਹਾਨੂੰ ਇੱਕ ਬਹੁਤ ਵਧੀਆ ਪਰਸਨੈਲਿਟੀ ਦੇ ਨਾਲ ਮਿਲਾਉਣ ਜਾ ਰਿਹਾ ਜੋ ਪਾਕਿਸਤਾਨ ਤੋਂ ਆ ਕੇ ਕੈਨੇਡਾ ਆਏ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਇਹਨਾਂ ਨੇ ਪੈਰ ਰੱਖਿਆ। ਗੱਲਾਂ ਬਾਤਾਂ ਕਰਾਂਗੇ ਅੱਜ ਸ਼ਹਿਬਾਜ਼ ਜੀ ਨਾਲ। ਸਭ ਤੋਂ ਪਹਿਲਾਂ ਸ਼ਹਿਬਾਜ਼ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ, ਨਮਸਤੇ, अस्सलाम वालेकुम। वालेकुम सलाम, सत श्री अकाल ते नमस्ते। थैंक यू अवतार जी फॉर टेकिंग टाइम आउट। आज मिलन दा बड़ी खुशी हो रही है, तुसी आए हो साडे कैंपेन ऑफिस च आए हो ते बड़ी वधिया गपशप होएगी ਅੱਜ। थैंक यू सो मच। सो दोस्तों ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਓਨਟਾਰੀਓ ਦੇ ਵਿੱਚ 2 ਜੂਨ ਨੂੰ ਇਲੈਕਸ਼ਨ ਹੋਣ ਜਾ ਰਿਹਾ। ਲਗਭਗ 6 ਪਾਰਟੀਆਂ ਹਿੱਸਾ ਲੈ ਰਹੀਆਂ ਨੇ ਜਿਹਦੇ ਵਿੱਚ ਕੰਜ਼ਰਵੇਟਿਵ ਪਾਰਟੀ, NDP, ਲਿਬਰਲ, ਗ੍ਰੀਨ ਪਾਰਟੀ ਤੇ ਨਿਊ ਬਲੂ ਪਾਰਟੀ ਤੇ ਓਨਟਾਰੀਓ ਪਾਰਟੀ ਲਗਭਗ ਸਾਰੇ ਕੈਂਡੀਡੇਟਸ ਨੇ ਜਿਹੜੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ, ਲੋਕਾਂ ਦੇ ਘਰ ਘਰ ਜਾ ਰਹੇ ਨੇ, ਆਪਣੇ ਫਲੈਕਸ ਬੋਰਡ ਲਾ ਰਹੇ ਨੇ ਤੇ ਲੋਕਾਂ ਨੂੰ ਕਨਵਿੰਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਤੁਹਾਨੂੰ ਆਹ ਨਵੀਆਂ ਪਾਲਿਸੀਆਂ ਦੇਵਾਂਗੇ, ਆਹ ਤੁਹਾਡੇ ਲਈ ਬੈਨੀਫਿਟਸ ਲੈ ਕੇ ਆਵਾਂਗੇ। ਮੇਰੇ ਕਹਿਣ ਦਾ ਮਤਲਬ ਕਿ ਅੱਜ ਦਾ ਜਿਹੜਾ ਸਮਾਂ ਓਨਟਾਰੀਓ ਦੇ ਵਿੱਚ ਚੋਣ ਮਾਹੌਲ ਆ, ਜਿਹੜਾ ਇਲੈਕਸ਼ਨ ਦਾ ਜਿਹੜਾ ਮਾਹੌਲ ਆ ਉਹ ਪੂਰਾ ਭਖਿਆ ਪਿਆ। ਸੋ ਗੱਲਾਂ ਬਾਤਾਂ ਕਰਾਂਗੇ ਸ਼ਹਿਬਾਜ਼ ਜੀ ਦੇ ਨਾਲ ਕਿ ਕਿਹੜੇ ਮੁੱਦੇ ਨੇ ਓਨਟਾਰੀਓ ਦੇ ਵਿੱਚ ਜੋ ਰੀਸੈਂਟਲੀ ਚੱਲ ਰਹੇ ਨੇ। ਸੋ ਸਭ ਤੋਂ ਪਹਿਲਾਂ ਸ਼ਹਿਬਾਜ਼ ਜੀ ਆਪਾਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਉਣੀਆਂ ਨੇ, ਜਿਨ੍ਹਾਂ ਲੋਕਾਂ ਨੇ ਤੁਹਾਡਾ ਸਾਥ ਦੇਣਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਹਿਬਾਜ਼ ਬਾਈ ਪਾਕਿਸਤਾਨ ਤੋਂ ਕਿੱਥੋਂ ਨੇ ਤੇ ਕੀ ਲੋੜ ਪੈ ਗਈ ਉਹਨਾਂ ਨੂੰ ਅੱਜ ਕੈਨੇਡਾ ਦੀ ਸਿਆਸਤ ਨੂੰ ਜੁਆਇਨ ਕਰਨ ਦੀ। देखो जी अवतार जी, कैनेडा ਹੁਣ ਸਾਡਾ ਮੁਲਕ ਹੈ। ਇੱਥੇ ਡਾਇਵਰਸਿਟੀ ਜਿਹੜੀ ਹੈ ਇਟਸ ਅ ਬਿਗ ਥਿੰਗ ਇਨ ਕੈਨੇਡਾ। ਦੁਨੀਆ ਭਰ ਦੇ ਲੋਕ ਇੱਥੇ ਆਉਂਦੇ ਨੇ, ਇੱਥੇ ਮਿਹਨਤ ਕਰਦੇ ਨੇ ਤੇ ਆਪਣਾ ਜੀਵਨ ਜਿਹੜਾ ਉਹਨੂੰ ਬਿਹਤਰ ਕਰਦੇ ਨੇ। ਤੇ ਮੈਂ ਵੀ ਇੱਥੇ ਕੋਈ ਤਕਰੀਬਨ 2010 ਚ ਆਇਆ ਸਾਂ ਤੇ ਪਹਿਲੇ ਮੈਂ ਟੋਰਾਂਟੋ ਹੈਗਾ ਸਾਂ, ਫਿਰ ਮੈਂ ਜੌਬ ਦੇ ਨਾਲ ਮੂਵ ਕੀਤਾ ਮੈਂ ਆਟਵਾ 'ਚ ਤੇ ਹੁਣ ਪਿਛਲੇ 8-10 ਸਾਲ ਤੋਂ ਮੈਂ ਆਟਵਾ ਹੀ ਕੈਨੇਡਾ 'ਚ ਹੀ ਬੇਸਿਕਲੀ ਕੰਮ ਮਤਲਬ ਰਿਹਾਇਸ਼ ਕੈਨੇਡਾ 'ਚ ਹੀ ਹੈ ਤੇ ਡਾਊਨਟਾਊਨ ਮੈਂ ਕੰਮ ਕਰਦਾ। ਤੇ ਕਰਾਊਨ ਕਾਰਪੋਰੇਸ਼ਨ ਦੇ ਨਾਲ ਮੇਰਾ ਫਾਈਨੈਂਸਿੰਗ ਦਾ ਕੰਮ ਹੈ, ਉਹਦੇ ਨਾਲ ਮੈਂ ਪਿਛਲੇ 8 ਸਾਲ ਤੋਂ ਵਾਬਸਤਾ। ਤੇ ਓਨਟਾਰੀਓ 'ਚ ਤੁਸੀਂ ਵੇਖੋ ਕਿ ਮਤਲਬ ਓਨਟਾਰੀਓ ਇਜ਼ ਅ ਬਿਗ ਪ੍ਰੋਵਿੰਸ। ਤੁਸੀਂ ਨਾਰਥ ਤੋਂ ਲੈ ਕੇ ਸਾਊਥ ਤੱਕ ਜਾਂ ਈਸਟ ਵੈਸਟ ਵੇਖੋ ਤੇ ਇਹ ਬਹੁਤ ਹੀ ਵੱਡੀ ਇੱਕ ਜਗ੍ਹਾ ਹੈ। ਉਹਦੇ 'ਚ ਦੁਨੀਆ ਭਰ ਦੇ ਲੋਕ ਆਉਂਦੇ ਨੇ, ਇੱਥੇ ਮਿਹਨਤ ਕਰਦੇ ਨੇ, ਆਪਣਾ ਫਿਊਚਰ ਸਿਕਿਉਰ ਕਰਦੇ ਨੇ ਤੇ ਤਰ੍ਹਾਂ ਦੀ ਬੋਲੀਆਂ ਬੋਲੀ ਜਾਂਦੀਆਂ ਨੇ, ਤਰ੍ਹਾਂ ਦੇ ਬੈਕਗਰਾਊਂਡ ਦੇ ਲੋਕ ਆਉਂਦੇ ਨੇ। ਤੇ ਮੈਂ ਜਿਸ ਲਈ ਆਇਆ ਸਾਂ ਇੱਥੇ ਤੇ ਮੇਰਾ ਖਿਆਲ ਇਹ ਸੀ ਕਿ ਮੈਂ ਆਪਣੀ ਪ੍ਰੋਫੈਸ਼ਨਲ ਲਾਈਫ 'ਚ ਗਰੋ ਕਰਾਂਗਾ, ਬੱਚਿਆਂ ਵਾਸਤੇ ਅੱਛਾ ਫਿਊਚਰ ਸਿਕਿਉਰ ਕਰਾਂਗੇ ਪੜ੍ਹਾਈ ਦੇ ਹਿਸਾਬ ਨਾਲ ਤੇ ਐਜੂਕੇਸ਼ਨ, ਹੈਲਥ, ਸਾਰੀ ਚੀਜ਼ਾਂ ਇੱਥੇ ਬਹੁਤ ਵਧੀਆ ਨੇ। ਲੇਕਿਨ ਜੋ ਕਿ ਮੈਂ ਕਮਿਊਨਿਟੀ ਦੇ ਨਾਲ ਇਨਵੋਲਵ ਰਿਹਾ ਕਾਫੀ ਹੱਦ ਤੱਕ, ਚੈਰੀਟੇਬਲ ਕੰਮਾਂ 'ਚ, ਅੱਛੇ ਕਾਜ਼ਸ 'ਚ ਤੇ ਕਮਿਊਨਿਟੀ ਦੇ ਇਨਵੋਲਵਮੈਂਟ ਦੇ ਨਾਲ ਮੈਨੂੰ ਲੱਗਿਆ ਕਿ ਜਿਹੜੀ ਸੇਵਾ ਹੈ ਆਮ ਆਦਮੀ ਦੀ ਉਹ ਮੈਂ ਪੋਲੀਟਿਕਸ 'ਚ ਆ ਕੇ ਹੋਰ ਬਿਹਤਰ ਕਰ ਸਕਦਾ। ਤਾਂ ਮੇਰਾ ਮਕਸਦ ਆਉਣ ਦਾ ਮਕਸਦ ਇਹੀ ਹੈ ਕਿ ਮੈਂ ਆਮ ਲੋਕਾਂ ਦੀ ਸੇਵਾ ਕਰ ਸਕਾਂ। ਜਿਹੜੇ ਲਿਬਰਲ ਪਾਰਟੀ ਦਾ ਪਲੇਟਫਾਰਮ ਇਸ ਤੋਂ ਹੀ ਚੂਜ਼ ਕੀਤਾ ਕਿ ਬੜੀ ਇਟਸ ਅ ਵਾਈਡ ਟੈਂਟ, ਇਹਦੇ 'ਚ ਹਰ ਕਿਸਮ ਦੇ ਲੋਕ ਜਿਹੜੇ ਨੇ ਉਹਦੇ 'ਚ ਸ਼ਾਮਿਲ ਨੇ। ਸਾਡੀ ਜਿਹੜੀ 107 ਸੀਟਾਂ ਨੇ ਉਹਨਾਂ 'ਚ ਹਰ ਬੰਦਾ ਜਿਹੜਾ ਮੁਖਤਲਿਫ ਬੈਕਗਰਾਊਂਡ ਦਾ ਹੈ। ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਕੈਨੇਡਾ ਕਾਰਲਟਨ 'ਚ ਅਸੀਂ ਆਪਣੀ ਆਵਾਜ਼ ਜਿਹੜੀ ਹੈ ਉਹ ਅਸੈਂਬਲੀ 'ਚ ਲੈ ਕੇ ਆਈਏ, ਪਾਰਲੀਮੈਂਟ 'ਚ, ਤੇ ਜਿਹੜੇ ਸਾਡੇ ਲੋਕਲ ਕੰਮ ਨੇ ਅਸੀਂ ਉਹਨਾਂ ਨੂੰ ਕਰਾ ਸਕੀਏ। ਓਕੇ, ਥੈਂਕ ਯੂ ਸੋ ਮਚ। ਸੋ ਸ਼ਹਿਬਾਜ਼ ਜੀ, ਜਿਵੇਂ ਪਿਛਲੇ ਇਲੈਕਸ਼ਨਾਂ 'ਚ ਆਪਾਂ ਦੇਖਿਆ, ਜੋ ਇਸ ਤੋਂ ਪਹਿਲਾਂ ਪ੍ਰੋਵਿੰਸ ਦੇ ਇਲੈਕਸ਼ਨ ਹੋ ਕੇ ਹਟਿਆ, ਉਹਦੇ ਵਿੱਚ ਕੰਜ਼ਰਵੇਟਿਵ ਨੇ 76 ਸੀਟਾਂ ਲਈਆਂ ਸੀਗੀਆਂ ਤੇ NDP ਨੇ 40 ਸੀਟਾਂ ਲਈਆਂ ਸੀਗੀਆਂ, ਪਰ ਲਿਬਰਲ ਪਾਰਟੀ ਉਦੋਂ 7 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ। ਚਾਹੇ ਆਪਾਂ ਕਹਿ ਸਕਦੇ ਕਿ ਫੈਡਰਲ ਦੇ ਵਿੱਚ ਜਿਹੜੀ ਲਿਬਰਲ ਦੀ ਗਵਰਨਮੈਂਟ ਹੈਗੀ ਆ, ਪਰ ਕੀ ਕਾਰਨ ਆ ਕਿ ਓਨਟਾਰੀਓ ਦੇ ਵਿੱਚ ਸਿਰਫ 7 ਸੀਟਾਂ ਹੋਣਾ? ਕੀ ਲੱਗਦਾ ਕਿ ਤੁਹਾਨੂੰ ਦੁਬਾਰਾ ਕਹਿ ਸਕਦੇ ਕਿ ਲਿਬਰਲ ਪਾਰਟੀ ਓਨਟਾਰੀਓ ਦੇ ਵਿੱਚ ਪੈਰਾਂ ਸਿਰ ਖੜੀ ਹੋ ਸਕਦੀ ਆ? ਬੜਾ ਅੱਛਾ ਸਵਾਲ ਕੀਤਾ ਹੈ ਅਵਤਾਰ ਜੀ। ਆਈ ਥਿੰਕ ਦਿਸ ਇਜ਼ ਅ ਕੁਐਸਚਨ ਐਵਰੀਬਡੀ ਇਜ਼ ਆਸਕਿੰਗ। ਤੇ ਓਨਟਾਰੀਓ ਲਿਬਰਲ ਦਾ ਜਿਸ ਲਈ ਲਾਸਟ ਇਲੈਕਸ਼ਨ ਹੋਇਆ ਸੀ ਉਹ ਇੱਕ ਬੜਾ ਵੱਖਰਾ ਜਿਹਾ ਇਲੈਕਸ਼ਨ ਸੀ। ਸਟੈਟਿਸਟਿਕ ਤੁਸੀਂ ਕਹਿੰਦੇ ਹੋ ਜੀ ਇਟਸ ਅ ਬਲੈਕ ਸਵਾਨ ਇਵੈਂਟ ਵਿਚ ਇਜ਼ ਐਨ ਆਊਟਲਾਇਰ। ਉਹ ਆਊਟਲਾਇਰ ਹੋ ਗਿਆ, ਲੇਕਿਨ ਇਸ ਪ੍ਰੋਵਿੰਸ 'ਚ 2 ਹੀ ਮੇਜਰ ਪਾਰਟੀਆਂ ਨੇ, ਕੰਜ਼ਰਵੇਟਿਵ ਹੋ ਗਿਆ ਤੇ ਲਿਬਰਲ ਹੋ ਗਿਆ। ਤੇ NDP ਬੜੀ ਅੱਛੀ ਪਾਰਟੀ ਹੈ ਲੇਕਿਨ ਉਹ 3rd ਪਾਰਟੀ ਹੈ। ਤੇ ਇਸ ਵਾਰੀ ਜਿਹੜੇ ਸਾਡੇ ਮੋਮੈਂਟਮ ਹੈ ਪਾਰਟੀ ਦਾ ਅਕ੍ਰੋਸ ਦਾ ਪ੍ਰੋਵਿੰਸ ਉਹ ਬੜਾ ਸਟਰੋਂਗ ਹੈ, ਬੜਾ ਵਧੀਆ ਹੈ ਤੇ ਲੋਕ ਬੜੀ ਐਫਰਟ ਨਾਲ, ਬੜੇ ਪੈਸ਼ਨ ਨਾਲ ਲਿਬਰਲ ਨੂੰ ਸਪੋਰਟ ਕਰ ਰਹੇ ਨੇ। ਸਾਡੀ ਉਮੀਦ ਹੈ ਕਿ ਇਸ ਵਾਰੀ ਅਸੀਂ 7 ਸੀਟਾਂ ਤੋਂ ਅਸੀਂ ਡੈਫੀਨਿਟਲੀ 10 ਟਾਈਮਸ ਨਾ ਜੰਪ ਕੀਤਾ ਤੇ ਫਿਰ ਵੀ 8-9 ਟਾਈਮ ਤੇ ਜੰਪ ਕਰਾਂਗੇ। ਓਕੇ। ਸੋ ਆਪਾਂ ਸ਼ਹਿਬਾਜ਼ ਜੀ, ਜੇ ਮਹਿੰਗਾਈ ਦੀ ਗੱਲ ਕਰੀਏ, ਅੱਜ ਦੇਖੋ ਕਿ ਮਹਿੰਗਾਈ ਕੈਨੇਡਾ ਦੇ ਵਿੱਚ ਪੂਰੇ ਜ਼ੋਰਾਂ ਤੇ ਇਸ ਟਾਈਮ, ਅੱਜ ਗੈਸ ਪ੍ਰਾਈਸ ਦੀ ਗੱਲ ਕਰਨੇ $2 ਨੂੰ ਹੋਇਆ ਪਿਆ, ਕਈ ਜਗ੍ਹਾ ਤੇ 2.30 ਨੂੰ 2.50 ਨੂੰ ਵੀ ਹੈਗਾ। ਪਰ ਦੂਸਰੇ ਪਾਸੇ ਆਪਾਂ ਗੱਲ ਕਰੀਏ ਘਰਾਂ ਦੀ ਕੀਮਤਾਂ ਦੀ ਗੱਲ ਕਰ ਲੈਣੇ, ਘਰਾਂ ਦੇ ਜਿਹੜੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੇ ਰੇਟ ਸੀ ਅੱਜ ਉਹ ਦੁੱਗਣੇ ਹੋ ਗਏ ਨੇ। ਗਰੋਸਰੀਆਂ ਦੀ ਗੱਲ ਕਰ ਲਓ, ਗਰੋਸਰੀਆਂ ਦੇ ਰੇਟ ਦੁੱਗਣੇ ਤਿੱਗਣੇ ਹੋ ਗਏ ਨੇ। ਜਿੱਥੇ ਵੀ ਚਲੇ ਜਾਓ ਜਾਣੀ ਕਿ ਮਹਿੰਗਾਈ ਅੱਜ ਪੂਰੇ ਪੀਕ ਤੇ ਹੈ ਕੈਨੇਡਾ ਦੇ ਵਿੱਚ।
ਹੁਣ ਅਲੱਗ-ਅਲੱਗ ਹਰੇਕ ਪਾਰਟੀ ਜਿਹੜੀ ਉਹ ਲੋਕਾਂ ਨੂੰ ਕਹਿ ਰਹੀ ਹੈ ਕਿ ਜੇ ਤੁਸੀਂ ਸਾਨੂੰ ਚੁਣੋਗੇ, ਸਾਨੂੰ ਬਣਾਓਗੇ, ਸਾਡੀ ਸਰਕਾਰ ਬਣਾਓਗੇ ਤਾਂ ਤੁਹਾਨੂੰ ਜਿਹੜੀ ਮਿਨੀਮਮ ਵੇਜਸ ਆ ਉਹ ਇੰਨੀ ਦੇਵਾਂਗੇ। ਜਿਵੇਂ ਐਨਡੀਪੀ ਕਹਿ ਰਹੀ ਹੈ ਕਿ ਅਸੀਂ $20 ਦੇਵਾਂਗੇ ਤੇ ਕੰਜ਼ਰਵੇਟਿਵ ਵਾਲੇ ਕਹਿ ਰਹੇ ਆ ਕਿ ਅਸੀਂ ਆਲਰੇਡੀ ਜਿਹੜੀ ਆ $15.5 ਆਲਮੋਸਟ ਉਹ ਕਰ ਦਿੱਤੀ ਆ ਤੇ ਤੁਹਾਡੀ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਕਹਿੰਦੇ ਨੇ ਕਿ ਅਸੀਂ $16 ਪਰ ਆਵਰ ਕਰਾਂਗੇ। ਇਹਦੇ ਬਾਰੇ ਥੋੜਾ ਦੱਸੋ ਕਿ ਮਹਿੰਗਾਈ ਤੇ ਜੇ ਤੁਹਾਡੀ ਸਰਕਾਰ ਬਣਦੀ ਹੈ ਮਹਿੰਗਾਈ ਤੇ ਕਿਵੇਂ ਰੋਕ ਲੱਗੂਗੀ? ਮਹਿੰਗਾਈ ਦਾ ਜਿਹੜਾ ਤਾਲੁਕ ਹੈ ਉਹ ਮਤਲਬ ਇਟ ਇਜ਼ ਅਕ੍ਰੋਸ ਦ ਸਟ੍ਰੈਟਾ। ਸੁਸਾਇਟੀ ਦੇ ਸਾਰੇ ਲੋਕ ਹੀ ਮੁਤਾਸਰ ਹੁੰਦੇ ਨੇ, ਲੇਕਿਨ ਸੁਸਾਇਟੀ ਦੇ ਜਿਹੜੇ ਵਲਨਰੇਬਲ ਲੋਕ ਨੇ ਉਹ ਜ਼ਿਆਦਾ ਮੁਤਾਸਰ ਹੁੰਦੇ ਨੇ। ਤੇ ਸਾਡੀ ਪਾਰਟੀ ਜਿਹੜੀ ਹੈ, ਦੇਖੋ ਸਰਕਾਰ ਦਾ ਕੰਮ ਕੀ ਹੁੰਦਾ? ਸਰਕਾਰ ਦਾ ਕੰਮ ਹੁੰਦਾ ਹੈ ਕਿ ਜਿਹੜੇ ਵੀ ਸੁਸਾਇਟੀ 'ਚ ਵੀਕਰ ਸੈਗਮੈਂਟਸ ਨੇ ਉਹਨਾਂ ਦੀ ਤੁਸੀਂ ਜ਼ਿਆਦਾ ਫਿਕਰ ਕਰੋ। ਤੇ ਸਾਡੀ ਪਾਰਟੀ ਦੇ ਇਸ ਵੇਲੇ ਜਿਹੜਾ ਪਲੇਟਫਾਰਮ ਹੈ ਉਹ ਆਊਟ ਹੋ ਗਿਆ ਕੱਲ। ਉਹਦੇ 'ਚ ਬੜਾ ਕਲੀਅਰਲੀ ਆਈਡੈਂਟੀਫਾਈ ਕੀਤਾ ਗਿਆ ਜਿਹੜੇ ਸਾਡੇ ਵੀਕਰ ਸੈਗਮੈਂਟਸ ਨੇ ਸੁਸਾਇਟੀ ਦੇ, ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਕਰਨਾ ਹੈ। ਫੋਰ ਐਗਜ਼ਾਮਪਲ ਜਿਹੜੇ ਲੋਕ ਜਿਹੜੇ ਰੈਸਟੋਰੈਂਟਸ ਹੈਗੇ ਨੇ, ਤੁਸੀਂ ਵੇਖੋ ਕਿ ਸਮਾਲ ਬਿਜ਼ਨੈਸਿਸ ਉਹ ਬੜੇ ਹੱਦ ਤੱਕ ਮੁਤਾਸਿਰ ਹੋਏ ਨੇ ਜਿਹੜੇ ਪੈਂਡੈਮਿਕ ਦਾ ਜਿਹੜਾ ਪੂਰਾ 1-2 ਸਾਲ ਦੇ ਪੈਂਡੈਮਿਕ ਤੋਂ ਅਸੀਂ ਗੁਜ਼ਰੇ ਹਾਂ। ਤੇ ਜਿਹੜੇ ਸਮਾਲ ਬਿਜ਼ਨਸ ਨੇ ਉਹ ਬੜੀ ਹੱਦ ਤੱਕ ਮੁਤਾਸਿਰ ਹੋਏ ਨੇ। ਤੇ ਅਸੀਂ ਇੱਕ ਪਾਲਿਸੀ ਲੈ ਕੇ ਆਏ ਹਾਂ ਕਿ ਜਿਹੜਾ ਸਾਡਾ $20 ਤੱਕ ਦਾ ਬਿੱਲ ਹੈ ਖਾਣ ਦਾ, ਜੇ ਤੁਸੀਂ ਹੋਟਲ ਜਾਂਦੇ ਹੋ, ਬਾਹਰ ਖਾਂਦੇ ਹੋ, ਤੇ $20 ਦਾ ਜਿਹੜਾ ਬਿੱਲ ਹੈ ਉਹਦੇ 'ਚ ਜਿਹੜਾ ਪ੍ਰੋਵਿੰਸ਼ੀਅਲ ਪੋਰਸ਼ਨ ਹੈ 8% HST ਉਹ ਅਸੀਂ ਇਹ ਤੋਂ ਕੱਢ ਦਾਂਗੇ। which basically means ਕਿ ਇੱਕ ਆਮ ਆਦਮੀ ਵਾਸਤੇ ਜਿਹੜਾ ਉਹ ਜਾਂਦਾ ਹੈ ਹੋਟਲ 'ਚ ਖਾਣ ਉਹਦੇ 'ਚ ਉਹਨੂੰ ਸਸਤਾ ਪਵੇਗਾ। ਸੈਕੰਡਲੀ ਜਿਹੜਾ ਅਸੀਂ ਕਰ ਰਹੇ ਹਾਂ ਉਹ ਟ੍ਰਾਂਜ਼ਿਟ ਦਾ ਅਸੀਂ ਬੱਕ ਰਾਈਡ ਅਸੀਂ ਸ਼ੁਰੂ ਕੀਤਾ। ਪਹਿਲੇ ਬੱਕ ਵੇਅਰ ਸੀ, ਅਸੀਂ ਬੱਕ ਰਾਈਡ ਕਰਤਾ ਹੈ, ਲੇਕਿਨ ਉਹਦਾ ਜਿਹੜਾ ਰੈਲੇਵੈਂਸ ਹੈ ਉਹ ਇੱਕ ਆਮ ਆਦਮੀ ਵਾਸਤੇ। ਤੇ ਜਿਹੜਾ ਇੱਕ ਆਮ ਆਦਮੀ ਫੋਰ ਐਗਜ਼ਾਮਪਲ ਆਟਵਾ 'ਚ $375 ਦਿੰਦਾ ਹੈ ਟ੍ਰਾਂਜ਼ਿਟ ਦਾ ਮੰਥਲੀ ਪਾਸ ਲੈਣ 'ਚ, ਉਹ ਸਿਰਫ $40 ਹੁਣ ਦੇਗਾ ਤੇ ਉਹਦੇ ਸਾਲ ਦੀ ਤਕਰੀਬਨ $1200-1300 ਦੀ ਬਚਤ ਹੋਏਗੀ। ਉਹ ਬਚਤ ਜਿਹੜੇ ਉਹ ਆਪਣੀ ਮਹਿੰਗਾਈ ਦੇ ਜਿਹੜੇ ਤੁਸੀਂ ਮਹਿੰਗਾਈ ਦਾ ਤੂਫਾਨ ਆਇਆ ਪਿਛਲੇ 6 ਮਹੀਨੇ ਸਾਲ ਤੋਂ ਜ਼ਿਆਦਾ ਹੋ ਗਿਆ, ਉਹਦਾ ਅਸਰ ਕੁਝ ਹੱਦ ਤੱਕ ਉਹਦੇ ਨਾਲ ਠੀਕ ਹੋ ਸਕਦਾ ਹੈ। ਲੇਕਿਨ ਜਿਹੜਾ ਮਹਿੰਗਾਈ ਦਾ ਤਾਲੁਕ ਹੈ ਉਹ ਸਿਰਫ ਆਟਵਾ ਆਂਟੇਰੀਓ ਜਾਂ ਕੈਨੇਡਾ ਸਪੈਸੀਫਿਕ ਨਹੀਂ ਹੈ, ਇਹ ਦੁਨੀਆ ਭਰ ਦਾ ਇੱਕ ਮਸਲਾ ਹੈ। ਕਿਉਂਕਿ ਪੈਂਡੈਮਿਕ ਵਿੱਚ ਜਿਹੜੀ ਸਭ ਤੋਂ ਚੀਜ਼ ਜ਼ਿਆਦਾ ਮੁਤਾਸਿਰ ਹੋਈ ਹੈ ਉਹ ਹੋਈ ਹੈ ਤੁਹਾਡੀ ਸਪਲਾਈ ਲਾਈਨ। ਤਾਂ ਸਪਲਾਈ ਲਾਈਨ ਦੁਨੀਆ ਭਰ ਦੀ ਮੁਤਾਸਿਰ ਹੋਈ, ਸ਼ਿਪਿੰਗ ਕਾਸਟ ਵੱਧ ਗਈਆਂ ਨੇ, ਜਿਹੜੀ ਚੀਜ਼ਾਂ ਕੈਨੇਡਾ 'ਚ ਇੰਪੋਰਟ ਹੁੰਦੀਆਂ ਨੇ ਉਹਨਾਂ ਦੀ ਕਾਸਟ ਵੱਧ ਗਈ ਹੈ। ਤਾਂ ਉਹਨਾਂ ਸਾਰਿਆਂ ਜਿਹੜੇ ਇਕਨੋਮਿਕ ਫੈਕਟਰਸ ਨੇ ਇਹਨਾਂ ਦਾ ਇੰਪੈਕਟ ਇੱਕ ਆਮ ਆਦਮੀ ਤੱਕ ਵੀ ਹੋ ਰਿਹਾ। ਲੇਕਿਨ ਸਾਡੀ ਸਰਕਾਰ ਜੇ ਬਣ ਗਈ ਜੂਨ 'ਚ, ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਵੀਕਰ ਸੈਗਮੈਂਟਸ ਹੈ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਸਪੋਰਟ ਕਰ ਸਕੀਏ। ਓਕੇ, ਥੈਂਕ ਯੂ। ਸੋ ਸ਼ਹਿਬਾਜ਼ ਭਾਈ, ਜੇ ਆਪਾਂ ਗੱਲ ਕਰੀਏ ਹੁਣ ਹੈਲਥ ਕੇਅਰ ਸਿਸਟਮ ਦੀ, ਅੱਜ ਦੇਖਿਆ ਜਾਂਦਾ ਕਿ ਓਨਟਾਰੀਓ ਦੇ ਵਿੱਚ ਨਰਸਿਸ ਦੀ ਬਹੁਤ ਕਮੀ ਚੱਲ ਰਹੀ ਹੈ। ਠੀਕ ਹੈ। ਸੋ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਹੈਲਥ ਸਿਸਟਮ ਦੇ ਬਾਰੇ, ਹੈਲਥ ਕੇਅਰ ਬਾਰੇ ਕੀ ਪਾਲਿਸੀਆਂ ਆ ਰਹੀਆਂ ਇਹਦੇ ਬਾਰੇ ਦੱਸੋ, ਤੇ ਨਾਲ ਹੀ ਇੱਕ ਡੇ ਕੇਅਰ ਸਿਸਟਮ ਬਾਰੇ ਦੱਸੋ ਕਿ ਡੇ ਕੇਅਰ ਅੱਜ ਬਹੁਤ ਮਹਿੰਗਾ ਹੋਇਆ ਪਿਆ, ਕਿਉਂਕਿ ਅੱਜ $50 ਤੋਂ ਉੱਪਰ ਇੱਕ ਦਿਨ ਦਾ ਡੇ ਕੇਅਰ ਹੋਇਆ ਹੈਗਾ। ਸੋ ਇਸ ਸੰਬੰਧੀ, ਕਿਉਂਕਿ ਤੁਹਾਡੇ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਿ $10 ਦਾ ਡੇ ਕੇਅਰ ਕਰਾਂਗੇ ਅਸੀਂ, ਸੋ ਇਹਦੇ ਸੰਬੰਧੀ ਥੋੜਾ ਜਿਹਾ ਦੱਸੋ ਸਾਨੂੰ। ਅੱਜ ਇੱਕ ਤੇ ਉਹ ਸਾਡੇ ਪ੍ਰਧਾਨ ਬਣ ਜਾਣਗੇ ਜੂਨ 'ਚ, ਇਹਦੇ ਫਿਲਹਾਲ ਤਾਂ ਪ੍ਰਧਾਨ ਨਹੀਂ, ਲੇਕਿਨ ਪ੍ਰਧਾਨ ਸਾਹਿਬ ਪਾਰਟੀ ਦੇ ਸਾਡੇ ਤੁਸੀਂ ਕਹਿ ਲਓ ਪ੍ਰਧਾਨ ਨੇ। ਤੇ ਡਿਲਡੂਕਾ ਸਾਹਿਬ ਹੀ ਇਜ਼ ਅ ਵੈਰੀ ਐਲੋਕੁਐਂਟ ਮੈਨ, ਹੀ ਹੈਜ਼ ਅ ਲੋਟ ਆਫ ਫੀਲਿੰਗ ਫॉर ਦ ਪ੍ਰੋਵਿੰਸ। ਸੋ ਉਹ ਬਿਹਤਰੀਨ ਕੰਮ ਕਰਨ ਦਾ ਉਹਨਾਂ ਦਾ ਇਰਾਦਾ ਵੀ ਹੈ ਤੇ ਤਿਆਰੀ ਵੀ ਹੈ। ਹੀ ਹੈਜ਼ ਐਕਸਪੀਰੀਅੰਸ, ਹੀ ਹੈਜ਼ ਪੈਸ਼ਨ ਐਂਡ ਐਨਰਜੀ, ਤੇ ਉਹ ਆਂਟੇਰੀਓ ਵਾਸਤੇ ਵਧੀਆ ਕੰਮ ਕਰਨਗੇ। ਲੇਕਿਨ ਜਿਹੜਾ ਤੁਸੀਂ ਕਹਿ ਰਹੇ ਹੋ ਚਾਈਲਡ ਕੇਅਰ ਦਾ, ਇਹ ਤੁਸੀਂ ਵੇਖੋ ਨਾ, ਤੁਸੀਂ ਵੀ ਰਹਿੰਦੇ ਹੋ ਉੱਥੇ, ਚਾਈਲਡ ਕੇਅਰ ਕਿਤਨਾ ਇੰਪੋਰਟੈਂਟ ਹੈ। ਸਪੈਸ਼ਲੀ ਜਿਹੜੀ ਸਾਡੀ ਖਵਾਤੀਨ ਨੇ, ਜਿਹੜੀ ਔਰਤਾਂ ਨੇ, ਉਹ ਇਸ ਵਜ੍ਹਾ ਤੋਂ ਕੰਮ ਤੇ ਨਹੀਂ ਜਾ ਸਕਦੀਆਂ ਕਿ ਉਹਨਾਂ ਬੱਚਿਆਂ ਦੀ ਟੇਕ ਕੇਅਰ ਕਰਨੀ ਹੁੰਦੀ ਹੈ। ਤੇ ਸਾਡਾ ਜਿਹੜਾ $10 ਅ ਡੇ ਚਾਈਲਡ ਕੇਅਰ ਦਾ ਸਾਡਾ ਪਲਾਨ ਸੀ ਉਹ ਨਾਓ ਤੇ ਅਡਾਪਟ ਹੋ ਗਿਆ। ਉਹਦੇ ਮੇਨ ਫਾਇਦਾ ਇਹੀ ਹੋਏਗਾ ਕਿ ਜਿਹੜੀ ਸਾਡੀ ਪੇਰੈਂਟਸ ਨੇ ਜਿਹੜੇ ਘਰ 'ਚ ਰਹਿੰਦੇ ਨੇ ਇਸ ਵਜ੍ਹਾ ਤੋਂ ਕਿ ਬੱਚਿਆਂ ਦੀ ਟੇਕ ਕੇਅਰ ਕਰਨ, ਉਹ ਆਪਣੇ ਕੰਮ 'ਚ ਨਹੀਂ ਜਾ ਸਕਦੇ, ਉਹ ਇਸ $10 ਅ ਡੇ ਨਾਲ ਬੈਨੀਫਿਟ ਚੁੱਕਣਗੇ ਤੇ ਉਹ ਫਿਰ ਜਾ ਕੇ ਕੰਮ ਵੀ ਕਰ ਸਕਦੇ ਨੇ। ਤੇ ਜਿਹੜਾ ਜਦੋਂ ਤੱਕ ਤੁਹਾਡਾ ਹੈਲਥ ਕੇਅਰ ਦਾ ਸਵਾਲ ਹੈ, ਹੈਲਥ ਕੇਅਰ ਵਾਸਤੇ ਸਾਡੀ ਪਾਰਟੀ ਦੀ ਪਾਲਿਸੀ ਬੜੀ ਕਲੀਅਰ ਹੈ। ਸਾਡੀ ਪਾਲਿਸੀ ਇਹ ਕਿ ਜੀ ਹੈਲਥ ਕੇਅਰ ਸ਼ੁੱਡ ਬੀ ਅ ਪਬਲਿਕ ਫੰਡਡ ਪਲੇਟਫਾਰਮ। ਸੋ ਇਹਦੇ 'ਚ ਪ੍ਰਾਈਵੇਟ ਫॉर ਪ੍ਰੋਫਿਟ ਜਿਹੜਾ ਹੈਲਥ ਕੇਅਰ ਅਸੀਂ ਉਹਨੂੰ ਬਹੁਤ ਜ਼ਿਆਦਾ ਸਪੋਰਟ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਜਿਹੜੇ ਹੈਲਥ ਕੇਅਰ ਸੈਕਟਰ ਜਿਹੜਾ ਓਨਟਾਰੀਓ ਜੋ ਹੈ ਉਹ ਇਟ ਸ਼ੁੱਡ ਬਿਕਮ ਐਨ ਐਗਜ਼ਾਮਪਲ ਬਾਈ ਸਰਵਿੰਗ ਐਵਰੀਵਨ, not at a cost that the private sector would charge. For that reason, we are fully supportive of having a fully funded public healthcare system, ताकि सारे बंदे नू यकसा equivalent quality ਦੀ health care ਮਿਲ ਸਕੇ। ਓਕੇ, ਥੈਂਕ ਯੂ। ਸੋ ਜੇ ਆਪਾਂ ਹੁਣ ਗੱਲ ਕਰੀਏ, ਕੁਝ ਕੁ ਵੀਕ ਪਹਿਲਾਂ ਸਟੀਵਨ ਜੀ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਬੱਸਾਂ ਦਾ ਕਿਰਾਇਆ $1 ਕਰਾਂਗੇ, ਚਾਹੇ ਤੁਸੀਂ 1 ਕਿਲੋਮੀਟਰ ਜਾਣਾ, ਚਾਹੇ 40 ਕਿਲੋਮੀਟਰ ਜਾਣਾ, ਬਸ $1 ਦੇਣਾਗਾ। ਹੁਣ ਸਵਾਲ ਮੇਰਾ ਇੱਥੇ ਇਹ ਹੈ ਕਿ ਚਲੋ ਆਪਾਂ ਮਾੜਾ ਨਹੀਂ ਕਹਿੰਦੇ, ਬਹੁਤ ਵਧੀਆ ਫੈਸਲਾ, ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ, ਕਿ ਲੋਕਾਂ ਨੂੰ ਥੋੜਾ ਰਿਲੀਫ ਮਿਲ ਜੇ।
ਠੀਕ ਹੈ। ਪਰ ਕਿਤੇ ਨਾ ਕਿਤੇ ਲੋਕ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਡਰ ਆ ਕਿ ਕਿਤੇ ਸਾਡੀ ਜਿਹੜੀ ਪੇ ਉਹ ਘੱਟ ਨਾ ਕਰ ਦਿੱਤੀ ਜਾਵੇ। ਜਿਵੇਂ ਅੱਜ ਉਹ 32 ਜਾਂ 33 ਡਾਲਰ ਲੈ ਰਹੇ ਨੇ, ਉਹ ਕਹਿੰਦੇ ਜੀ $1 ਕਿਰਾਇਆ ਪੈਸੇਂਜਰ ਤੋਂ ਲੈ ਕੇ ਕਿਤੇ ਸਾਡੀ ਜਿਹੜੀ ਪੇ ਆ ਉਹ $22 ਨਾ ਹੋ ਜਾਏ, $25 ਨਾ ਹੋ ਜਾਏ। ਮੇਰੇ ਕਹਿਣ ਦਾ ਮਤਲਬ ਕਿ ਟਰਾਂਸਪੋਰਟੇਸ਼ਨ ਨੂੰ, ਇਸ ਸਿਸਟਮ ਨੂੰ ਕਿੱਦਾਂ ਫਿਰ ਬੈਨੀਫਿਟਸ 'ਚ ਲੈ ਕੇ ਜਾਓਗੇ? ਹਾਂ ਨਹੀਂ, ਅੱਛਾ ਕੁਐਸਚਨ ਹੈ। ਆਈ ਥਿੰਕ ਇਸ ਦੇ ਆਨਸਰ ਨਾਲ ਮੇਰਾ ਖਿਆਲ ਹੈ ਜਿਹੜੇ ਲੋਕ ਪਰੇਸ਼ਾਨ ਨੇ ਕਿ ਉਹਨਾਂ ਦੀ ਜਿਹੜੀ ਪੇ ਹੈ ਜਾਂ ਸੈਲਰੀ ਉਹ ਇਫੈਕਟ ਹੋਏਗੀ, ਮੇਰੇ ਖਿਆਲ ਉਹਨਾਂ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਇਕਨੋਮਿਕਸ 'ਚ ਇੱਕ ਕਨਸੈਪਟ ਹੁੰਦਾ, ਉਹਨੂੰ ਕਹਿੰਦੇ ਨੇ ਰੈਚਟ ਇਫੈਕਟ। ਜਿਹੜੀ ਪ੍ਰਾਈਸ ਇੱਕ ਵਾਰੀ ਵੱਧ ਜਾਂਦੀ ਬੜੀ ਮੁਸ਼ਕਿਲ ਨਾਲ ਘੱਟ ਹੁੰਦੀ ਹੈ, ਤੇ ਜੇ ਪੇਰੋਲ ਵੀ ਇੱਕ ਵਾਰੀ ਵੱਧ ਜਾਏ ਉਹ ਘੱਟ ਹੋਣਾ ਬੜਾ ਮੁਸ਼ਕਿਲ ਹੁੰਦਾ। ਤੇ ਜਿਨ੍ਹਾਂ ਦੀ ਪੇਰੋਲ ਆਲਰੇਡੀ ਸੈੱਟ ਹੈ ਇੱਕ ਸੈੱਟ ਨੰਬਰ ਤੇ, ਮੇਰਾ ਨਹੀਂ ਖਿਆਲ ਇਸ ਬਕਰ ਰਾਈਟ ਦੇ ਨਾਲ ਉਹਨਾਂ ਦਾ ਕੋਈ ਤਾਲੁਕ ਹੋਏਗਾ। ਬਕਰ ਰਾਈਟ ਦਾ ਮਕਸਦ ਵੀ ਸਿਰਫ ਟੈਂਪਰੇਰੀ ਲੀਵ ਪ੍ਰੋਵਾਈਡ ਕਰਨਾ ਹੈ ਫॉर ਪੀਪਲ ਅਪ ਟੂ 2 ਇਅਰਸ। तो 2024 तक ਸਕੀਮ ਰਹੇਗੀ, ਉਸ ਤੋਂ ਬਾਅਦ ਵੀਲ ਗੋ ਬੈਕ। तो ਮਕਸਦ ਹੈ ਕਿ ਜਿਹੜੇ ਪੈਂਡੈਮਿਕ ਤੋਂ ਲੋਕ ਨਿਕਲੇ ਨੇ ਉਹਨਾਂ ਵਾਸਤੇ ਇੱਕ ਸਹੂਲਤ ਦਿੱਤੀ ਜਾਏ ਅਗਲੇ 2 ਸਾਲ ਵਾਸਤੇ, ਤਾਂ ਕਿ ਉਹ ਆਪਣੀ ਕੋਈ ਸੇਵਿੰਗ ਕਰ ਸਕਣ, ਜਿਹੜੇ ਉਹਨਾਂ ਦੀ ਕਾਸਟ ਆਫ ਲਿਵਿੰਗ ਹਾਈ ਹੋ ਰਹੀ ਹੈ ਉਹਨੂੰ ਐਡਰੈਸ ਕਰ ਸਕਣ। ਲੇਕਿਨ ਬਾਅਦ 'ਚ ਇਹ ਸਿਸਟਮ ਜਿਹੜਾ ਹੈ ਨਾ, ਵੀਲ ਹੈਵ ਟੂ ਰੀ-ਇਵੈਲੂਏਟ ਐਟ ਦੀ ਐਂਡ ਆਫ 2 ਇਅਰਸ ਟੂ ਸੀ ਕਿ ਇਹਨੂੰ ਚਲਾਉਣਾ ਹੈ ਜਾਂ ਇਹਨੂੰ ਉੱਥੇ ਰੋਕ ਦੇਣਾ ਹੈ। ਲੇਕਿਨ ਜਿਹੜੇ ਲੋਕ ਵਾਬਸਤਾ ਨੇ ਇਸ ਸਿਸਟਮ ਦੇ ਨਾਲ ਡਰਾਈਵਿੰਗ ਦੀ ਸ਼ਕਲ 'ਚ ਜਾਂ ਹੋਰ ਸਪੋਰਟ ਸਰਵਿਸ ਦੀ ਸ਼ਕਲ 'ਤੇ, ਉਹਨਾਂ ਨੂੰ ਫਿਕਰਮੰਦ ਹੋਣ ਦੀ ਲੋੜ ਨਹੀਂ, ਉਹਨਾਂ ਦੇ ਪੈਸੇ 'ਤੇ ਕੋਈ ਇੰਪੈਕਟ ਨਹੀਂ ਆਏਗਾ। ਓਕੇ, ਥੈਂਕ ਯੂ। ਸੋ ਆਪਾਂ ਟੈਕਸੇਸ਼ਨ ਦੀ ਜੇ ਗੱਲ ਕਰ ਲਈਏ, ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਸਾਹਿਬ ਡਗ ਫੋਰਡਸੀਨ ਕਹਿੰਦੇ ਨੇ ਕਿ ਅਸੀਂ ਜਿਹੜਾ ਸਟicker ਲੱਗਦੇ ਨੇ ਆਪਣੀਆਂ ਗੱਡੀਆਂ ਦੇ ਪਿੱਛੇ ਐਵਰੀ ਈਅਰ, ਉਹ ਕਹਿੰਦੇ ਅਸੀਂ ਉਹ ਰਿਮੂਵ ਕਰਤੇ, ਨਹੀਂ ਲੋੜ ਉਹਦੇ। $120 ਤੁਸੀਂ ਐਵਰੀ ਈਅਰ ਹੁਣ ਸੇਵ ਕਰ ਸਕਦੇ ਹੋ। ਇੱਕ ਤਾਂ ਉਹਨਾਂ ਨੇ ਇਹ ਬਿਆਨ ਕਿਹਾ, ਉਹਨਾਂ ਨੇ ਵਧੀਆ, ਚਲੋ ਲੋਕਾਂ ਲਈ ਫਾਇਦਾ, ਤੇ ਉਹ ਨਾਲ ਉਹ ਕਹਿ ਰਹੇ ਨੇ ਕਿ ਗੈਸ ਪ੍ਰਾਈਸ ਅਸੀਂ ਘੱਟ ਕਰਾਂਗੇ, ਚਾਹੇ ਉਹ ਸੈਂਟ ਦੇ ਵਿੱਚ ਹੋਣ। ਤੇ ਆਪਣੇ ਲਿਬਰਲ ਕਹਿ ਰਹੀ ਹੈ ਕਿ ਜਿਹੜਾ ਅਸੀਂ 13% ਅੱਜ HST ਲੱਗਦਾ, ਕੋਈ ਵੀ ਆਪਾਂ ਚਾਹੇ ਛੋਟੀ ਜਿਹੀ ਕਾਫੀ ਲੈਣੀ ਆ, ਡੋਨਟ ਲੈਣਾ, ਤੁਸੀਂ ਕੋਈ ਵੀ ਵੱਡਾ ਸਮਾਨ ਲੈਣਾ, ਤਾਂ ਆਪਾਂ ਨੂੰ 13% ਉਹਦੇ ਤੇ HST ਪੇ ਕਰਨਾ ਪੈਂਦਾ। ਤਾਂ ਲਿਬਰਲ ਕਹਿ ਰਹੀ ਹੈ, ਉਹ ਕਹਿ ਰਹੀ ਹੈ ਕਿ ਅਸੀਂ ਘਟਾ ਕੇ ਉਹ 10% ਕਰਾਂਗੇ। ਦੇਖੋ ਜਿਹੜਾ HST ਨਾ, ਉਹਦੇ 'ਚ 2 ਕੰਪੋਨੈਂਟ ਹੁੰਦੇ ਨੇ, ਇੱਕ ਫੈਡਰਲ ਕੰਪੋਨੈਂਟ ਹੁੰਦਾ, ਇੱਕ ਪ੍ਰੋਵਿੰਸ਼ੀਅਲ ਕੰਪੋਨੈਂਟ ਹੁੰਦਾ। ਤੇ ਅਸੀਂ ਕਿਉਂਕਿ ਅਸੀਂ ਤੇ ਗੱਲ ਕਰ ਰਹੇ ਹਾਂ ਪ੍ਰੋਵਿੰਸ਼ੀਅਲ ਔਨਟਾਰੀਓ ਲੈਵਲ ਦੀ, ਤੇ ਜਿਹੜਾ ਫੈਡਰਲ ਕਰਦਾ ਉਹ ਤਾਂ ਸਾਡੇ ਪਰਵਿਊ 'ਚ ਨਹੀਂ ਆਉਂਦਾ, ਅਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਲੇਕਿਨ ਜਿੱਥੇ ਤੱਕ ਪ੍ਰੋਵਿੰਸ਼ੀਅਲ HST ਦਾ ਤਾਲੁਕ ਹੈ, ਉੱਥੇ ਸਾਡੀ ਹੈ ਪਲੈਨਿੰਗ ਕਿ ਅਸੀਂ ਉਹਨੂੰ ਮਤਲਬ ਕੁਝ ਪਰਸੈਂਟੇਜ ਘੱਟ ਕਰ ਦਈਏ, ਠੀਕ ਹੈ। ਤੇ ਦੂਸਰਾ ਜਿਹੜਾ ਤੁਹਾਡਾ ਸਵਾਲ ਸੀ, ਤੁਸੀਂ ਕਹਿ ਰਹੇ ਸੋ ਕੰਪੈਰੀਜ਼ਨ ਬਿਟਵੀਨ ਡਗ ਫੋਰਡ, ਹਾਂ ਉਹ ਕਿਹਦੇ ਬਾਰੇ 'ਚ ਸੀ? ਉਹ ਮੈਂ ਕਿਹਾ ਸੀਗਾ ਕਿ ਉਹਨਾਂ ਨੇ ਸਟicker ਰਿਮੂਵ ਕਰਕੇ, ਹਾਂ ਉਹ ਦੈਟਸ ਵੈਰੀ ਇੰਟਰਸਟਿੰਗ, ਬਿਕਾਜ਼ ਇੱਥੇ ਸਾਡੀ ਜਿਹੜੀ ਔਨਟਾਰੀਓ ਦੀ ਜਾਂ ਕੈਨੇਡਾ ਦੀ ਜਿਹੜੀ ਪੋਲਿਟਿਕਸ ਹੈ, ਸਿਆਸਤ, ਉਹ ਪਿਛਲੇ ਉੱਥੋਂ ਬੜੀ ਫਰਕ ਹੈ, ਰਾਈਟ। ਇੱਥੇ ਤੇ ਤੁਸੀਂ ਬ੍ਰਾਈਬ ਨਹੀਂ ਕਰ ਸਕਦੇ ਨਾ ਵੋਟਰਸ ਨੂੰ, ਠੀਕ ਹੈ। ਤੇ ਇਸ ਵੇਲੇ ਜਿਹੜਾ ਆਇਆ ਸੀ ਸਟicker ਫੀ ਵਾਲਾ ਰਿਬੇਟ ਜਾਂ ਰਿਇੰਬਰਸਮੈਂਟ ਜਿਹੜੀ ਆਈ ਸੀ ਲੋਕਾਂ ਕੋਲ, ਤੇ ਲੋਕ ਜਿਹੜੇ I have been going on doors, I've been meeting hundreds and thousands of people over the last, I've met most of many people over the last few months। ਜਿਹੜੇ ਲੋਕਾਂ ਨਾਲ ਮੈਂ ਗੱਲ ਕਰ ਰਿਹਾ, ਮੋਸਟਲੀ ਲੋਕਾਂ ਨੇ ਕਿਹਾ ਕਿ ਜੀ ਇਹ ਇਲੈਕਸ਼ਨ ਦੇ ਦਿਨਾਂ 'ਚ ਇਸ ਤਰ੍ਹਾਂ ਦੀ ਰਿਲੀਫ ਦੇਣਾ ਜਿਹੜਾ ਨਾ, ਉਹ ਬੇਸਿਕਲੀ ਇੱਕ ਕੋਸ਼ਿਸ਼ ਹੈ ਕਿ ਤੁਸੀਂ ਵੋਟਰਾਂ ਨੂੰ ਇਫੈਕਟ ਕਰੋ। ਤੇ ਪੀਪਲ ਹੈਵ ਨਾਟ ਟੇਕਨ ਦੈਟ ਵੈਰੀ ਲਾਈਟਲੀ। ਤੇ ਫॉर ਐਗਜ਼ਾਮਪਲ ਮੈਂ ਆਪਣੇ ਮੈਨੂੰ ਮਿਲੇ ਸਨ, ਮੇਰੀ 2 ਗੱਡੀਆਂ ਸਨ, ਤੇ ਮੈਨੂੰ ਕੁਝ $600 ਮਿਲ ਗਏ ਸਨ, ਤੇ ਮੈਂ ਉਹ $600 ਆਪਣੀ ਕੰਪੇਨ ਨੂੰ ਡੋਨੇਟ ਕਰਤੇ, ਮੈਂ ਉਹਨਾਂ ਨੂੰ ਨਹੀਂ ਲਿਆ। ਤੇ ਕਈ ਲੋਕਾਂ ਇਸ ਤਰ੍ਹਾਂ ਹੀ ਕੀਤਾ ਕਿ ਪੈਸੇ ਆਏ ਜ਼ਰੂਰ ਨੇ, ਉਹ ਉਹਨਾਂ ਨੇ ਆਪਣੀ ਚੈਰਿਟੀਜ਼ ਨੂੰ ਜਾਂ ਕਿਸੇ ਹੋਰ ਅੱਛੇ ਕੰਮ 'ਚ ਲਾਤੇ ਨੇ, ਉਹਨਾਂ ਨੇ ਆਪਣੀ ਜ਼ਾਤ 'ਤੇ ਨਹੀਂ ਲਾਏ, ਕਿਉਂਕਿ ਉਹ ਸਮਝੇ ਨੇ ਕਿ ਇਹ ਜਿਹੜੇ ਪੈਸੇ ਦਿੱਤੇ ਗਏ ਨੇ ਇਹ ਉਹਨਾਂ ਦੀ ਵੋਟਿੰਗ ਦੀ ਜਿਹੜੀ ਲੈਟਸ ਸੇ ਉਹਨਾਂ ਦੀ ਵੋਟਰਸ ਨੂੰ ਬ੍ਰਾਈਬ ਕਰਨ ਦੀ ਕੋਸ਼ਿਸ਼ ਹੈ, ਤੇ ਉਹਨਾਂ ਨੂੰ ਰਿਜੈਕਟ ਕਰਤਾ ਇਹਨੂੰ। ਓਕੇ, ਸ਼ਹਬਾਜ਼ ਭਾਈ, ਕੀ ਲੱਗਦਾ ਕਿ ਤੁਹਾਡੀ ਕਨਸਟੀਚੁਐਂਸੀ ਦੇ ਵਿੱਚ ਕਨਾਟਾ ਕਾਲਟਨ ਜਿਹੜੀ ਤੁਹਾਡੀ ਕਨਸਟੀਚੁਐਂਸੀ ਦਾ ਨਾਮ ਹੈਗਾ, ਕਿਹੜੇ ਇਸ਼ੂਜ਼ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਅਗਰ ਮੈਂ ਜੱਦਾਂ, ਜਾਣੀ ਕਿ ਤੁਸੀਂ ਜੱਦਦੇ ਹੋ ਕਿ ਮੈਨੂੰ ਪਾਰਲੀਮੈਂਟ 'ਚ ਜਾ ਕੇ ਜਿਹੜੀ ਪ੍ਰੋਵਿੰਸ ਦੀ ਪਾਰਲੀਮੈਂਟ ਉਹ 'ਚ ਉਠਾਉਣੇ ਚਾਹੀਦੇ ਨੇ? ਦੇਖੋ ਕਨਾਟਾ ਕਾਲਟਨ ਬੜੀ ਜ਼ਬਰਦਸਤ ਰਾਈਡਿੰਗ ਹੈ। ਇੱਕ ਤੇ ਇਹਦੇ 'ਚ ਤਕਰੀਬਨ ਤੁਸੀਂ ਜੇ ਏਰੀਆ ਵਾਈਜ਼ ਵੇਖੋ ਤੇ ਕਾਫੀ ਵੱਡੀ ਰਾਈਡਿੰਗ ਦੂਰ ਤੱਕ ਜਾਂਦੀ ਹੈ। ਤੇ ਇਹਦਾ ਇੱਕ 2 ਤੁਸੀਂ ਕਹਿ ਲਓ, ਇੱਕ ਰੂਰਲ ਸੈਗਮੈਂਟ ਹੈ, ਇੱਕ ਦਾ ਅਰਬਨ ਸੈਗਮੈਂਟ ਹੈ, ਤੇ ਦੋਨੋਂ ਹੀ ਬੜੇ ਜ਼ਰੂਰੀ ਨੇ, ਦੋਵੇਂ ਬੜੇ ਇੰਪੋਰਟੈਂਟ ਨੇ ਫॉर ਓਵਰਆਲ ਕਨਾਟਾ ਕਾਲਟਨਸ ਇੰਪਰੂਵਮੈਂਟ ਐਂਡ ਇਕਨੋਮਿਕ ਪ੍ਰੋਸਪੈਕਟਸ। ਜਿਹੜਾ ਰੂਰਲ ਸੈਗਮੈਂਟ ਹੈ ਉਹ ਬੜਾ ਐਗਰੀਕਲਚਰ ਡਰਿਵਨ ਹੈ, ਤੇ ਉਹਦਾ ਐਗਰੀਕਲਚਰ ਜਿਹੜੀ ਪ੍ਰੋਡਿਊਸ ਹੈ ਉਹ ਇਟ ਇਜ਼ ਬ੍ਰੌਟ ਔਨ ਆਰ ਟੇਬਲਸ, ਐਂਡ ਵੀ ਵੈਰੀ ਪ੍ਰਾਊਡ ਕਿ ਵੀ ਹੈਵ ਅ ਵੈਰੀ ਗੁੱਡ agriculture. You're just next to our urban centers, so we get produce on our table, so we're very proud and happy that we have a good strong agriculture sector in our riding. ਤੇ ਜਿਹੜਾ ਸਾਡਾ ਅਰਬਨ ਸੈਂਟਰ ਹੈ, ਤੁਸੀਂ ਵੇਖੋ ਕਿ ਕਨਾਟਾ ਟੇਕਸ ਪ੍ਰਾਈਡ ਕਿ ਇਟ ਇਜ਼ ਵਨ ਆਫ ਦੀ ਲਾਰਜੈਸਟ ਹਾਈ ਟੈਕ ਸੈਗਮੈਂਟਸ ਆਊਟ ਆਫ ਸਿਲੀਕਨ ਵੈਲੀ। ਤੇ ਤੁਸੀਂ ਕੈਨੇਡਾ 'ਚ ਵੇਖੋ ਤੇ 2-3 ਜਿਹੜੇ ਸੈਂਟਰਸ ਨੇ, ਇੱਕ ਵਾਟਰਲੂ ਦੇ ਨਜ਼ਦੀਕ ਹੈ, ਦੂਸਰਾ ਕਨਾਟਾ ਹੈ। ਇੱਥੇ ਤੁਸੀਂ ਵੇਖੋ ਹਾਈ ਟੈਕ ਕਿਤਨੀ ਸਾਰੀਆਂ ਕੰਪਨੀਆਂ ਨੇ, ਇੱਥੇ ਬਿਲੀਅਨਸ ਆਫ ਡਾਲਰ ਦਾ ਜਿਹੜਾ GDP ਨੂੰ ਕੰਟਰੀਬਿਊਸ਼ਨ ਹੁੰਦੀ ਹੈ ਕਨਾਟਾ 'ਚ। ਤੇ ਕਨਾਟਾ ਜਿਹੜਾ ਉਹਨੂੰ ਅਸੀਂ ਡਿਵੈਲਪ ਕਰ ਸਕਦੇ ਹਾਂ ਈਵਨ ਵਿਦ ਮੋਰ ਪੋਟੈਂਸ਼ੀਅਲ, ਕਿ ਇੱਥੇ ਹੋਰ ਟੈਲੈਂਟ ਆਏ। ਇੱਥੇ ਵੀ ਟਾਕ ਅਬਾਊਟ ਲਿਵ, ਲਰਨ ਐਂਡ ਪਲੇ ਇਨਵਾਇਰਨਮੈਂਟ, ਕਿ ਇੱਥੇ ਲਿਵ ਵੀ ਅੱਛਾ ਕਰਨ, ਲਰਨ ਵੀ ਅੱਛਾ ਕਰਨ, ਤੇ ਪਲੇ ਵੀ ਅੱਛਾ ਕਰਨ।
ਤੇ ਉਸ ਐਂਗਲ ਨਾਲ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਕੈਨੇਡਾ ਦੀ ਪੋਜੀਸ਼ਨਿੰਗ ਹੈ ਉਹ ਇਸ ਤਰ੍ਹਾਂ ਕਰ ਸਕੀਏ ਕਿ ਇਟ ਬਿਕਮਸ ਅ ਸੈਂਟਰ ਆਫ ਐਕਸਲੈਂਸ ਐਂਡ ਨਾਟ ਓਨਲੀ ਫॉर ਓਨਟਾਰੀਓ ਬਟ ਫॉर ਕੈਨੇਡਾ, ਤਾਂ ਕਿ ਇੱਥੇ ਲੋਕ ਆਉਣ, ਕੰਮ ਕਰਨ, GDP ਦੀ ਗਰੋਥ ਹੋਏ, ਜੌਬਸ ਕ੍ਰੀਏਟ ਹੋਣ ਤੇ ਸਾਰੇ ਇੱਥੇ ਖੁਸ਼ ਰਹਿ ਸਕਣ। ਉਸ ਤੋਂ ਇਲਾਵਾ ਜਿਹੜੇ ਛੋਟੇ ਤਾਂ ਨਹੀਂ ਕਹਿਣਾ ਚਾਹੀਦਾ, ਲੇਕਿਨ ਜਿਹੜੇ ਬਾਕੀ ਮਸਾਇਲ ਨੇ ਉਹਨਾਂ 'ਚੋਂ ਐਜੂਕੇਸ਼ਨ ਦਾ ਮਸਲਾ ਹੈ। ਐਜੂਕੇਸ਼ਨ ਦੇ ਪਿਛਲੇ 4 ਸਾਲਾਂ 'ਚ ਕੋਈ ਇਨਵੈਸਟਮੈਂਟ ਨਹੀਂ ਕੀਤੀ ਗਈ ਤੇ ਸਕੂਲਾਂ ਦੀ ਜਿਹੜੀ ਰੈਨੋਵੇਸ਼ਨ ਨੇ ਉਹ ਵੀਕ ਹੈ, ਟੀਚਰਸ ਘੱਟ ਨੇ, ਸਟੂਡੈਂਟਸ ਦੇ ਜਿਹੜੇ ਕੋਵਿਡ ਦੇ ਰਿਲੇਟਡ ਇਮਿਊਨਾਈਜੇਸ਼ਨ ਦਾ ਪਲਾਨ ਸੀ ਉਹਦੇ ਹਿਸਾਬ ਨਾਲ ਕੁਝ ਸਟੂਡੈਂਟਸ ਜਾ ਨਹੀਂ ਸਕਦੇ ਸਕੂਲਾਂ ਦੀ ਜਿਹੜੀ ਆਨਲਾਈਨ ਲਰਨਿੰਗ ਸੀ ਉਹਦੇ ਨਾਲ ਸਟੂਡੈਂਟਸ ਮੁਤਾਸਿਰ ਹੋਏ ਨੇ ਤੇ ਉਸ ਦੀ ਸਾਰੀ ਉਹ ਕੈਨੇਡਾ ਕਾਲਟਨ 'ਚ ਵੀ ਇੰਪੈਕਟ ਪਿਆ ਹੈ, ਉਹ ਓਨਟਾਰੀਓ 'ਚ ਵੀ ਇੰਪੈਕਟ ਪਿਆ ਹੈ। ਤੇ ਸਾਡੀ ਸਰਕਾਰ ਜੇ ਬਣਦੀ ਹੈ ਜੂਨ 'ਚ, ਉਹਦਾ ਫਾਇਦਾ ਇਹ ਹੋਏਗਾ ਕਿ ਜਿਹੜਾ $10 ਬਿਲੀਅਨ ਦਾ ਪ੍ਰੋਜੈਕਟ ਸੀ 4113 ਬਣਨ ਦਾ, ਉਹ ਵੀ ਵਿਲ ਚੈਨਲਾਈਜ਼ ਦੋਸ ਫੰਡਸ ਇਨਟੂ ਐਜੂਕੇਸ਼ਨ ਸੈਕਟਰ ਤੇ ਸਕੂਲ ਸਟਰੈਂਥਨ ਹੋਣਗੇ, 200 ਨਵੇਂ ਸਕੂਲ ਬਣਨਗੇ ਅਕ੍ਰੋਸ ਓਨਟਾਰੀਓ ਤੇ ਜਿਹੜੇ ਕੈਨੇਡਾ 'ਚ ਸਕੂਲ ਨੇ ਨਵੇਂ ਵੀ ਬਣਨਗੇ ਕੁਝ ਤੇ ਬਾਕੀ ਉਹਨਾਂ 'ਚ ਪੁਰਾਣੇ ਸਕੂਲਾਂ ਦੀ ਰੈਨੋਵੇਸ਼ਨ ਉਹਦੇ ਨਾਲ ਹੋਏਗੀ। ਓਕੇ, ਮੇਰਾ ਹੀ ਨੈਕਸਟ ਸਵਾਲ ਸੀਗਾ, ਜਿਵੇਂ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈਏ, ਆਪਣੇ ਸਟੀਵਨ ਜੀ ਕਹਿੰਦੇ 200 ਅਸੀਂ ਨਵੇਂ ਸਕੂਲ ਨੇ ਉਹ ਬਿਲਡ ਕਰਾਂਗੇ ਜੇ ਸਾਡੀ ਗਵਰਨਮੈਂਟ ਬਣਦੀ ਹੈ ਤੇ 4500 ਜਿਹੜੇ ਸਕੂਲ ਨੇ ਉਹਨਾਂ ਨੂੰ ਰਿਪੇਅਰ ਕਰਾਂਗੇ, ਰਾਈਟ, ਤੇ 10000 ਜਿਹੜੇ ਟੀਚਰ ਨੇ ਉਹ ਨਵੇਂ ਹਾਇਰ ਕਰਨੇ। ਬਿਲਕੁਲ, ਇਹਦੇ ਬਾਰੇ ਥੋੜਾ ਜਿਹਾ ਹੋਰ ਡਿਸਕ੍ਰਾਈਬ ਕਰੋ, ਕਿਦਾਂ ਕੀ ਨਵੇਂ ਪਲਾਨ ਹੈ ਐਜੂਕੇਸ਼ਨ ਦੇ ਰਿਗਾਰਡਿੰਗ। ਜੀ ਜਿਹੜੇ ਸਕੂਲਾਂ ਦੇਖੋ ਨਾ, it is always a collaboration between municipal, provincial and federal, right? ਲੇਕਿਨ ਐਜੂਕੇਸ਼ਨ ਜੋ ਕਿ ਜਿਹੜਾ ਮੇਨ ਮੈਂਡੇਟ ਹੈ ਉਹ ਪ੍ਰੋਵਿੰਸ ਦਾ ਹੈ ਤੇ ਉਹ ਜਿਹੜੀ ਵੀ ਰਿਕੁਆਇਰਮੈਂਟ ਹੁੰਦੀ ਹੈ ਉਹ ਲੋਕਲ ਰਾਈਡਿੰਗਸ ਤੋਂ ਜਾਂਦੀ ਹੈ, ਪ੍ਰੋਵਿੰਸ ਉੱਥੇ ਡਿਸਾਈਡ ਕਰਦਾ ਹੈ, ਬਜਟ ਐਲੋਕੇਟ ਹੁੰਦਾ, ਫਿਰ ਸਕੂਲ ਬਣਦੇ ਨੇ। ਇੱਥੇ ਤੁਸੀਂ ਵੇਖੋ ਕਿ ਕੈਨੇਡਾ ਕਾਲਟਨ 'ਚ ਸਪੈਸ਼ਲੀ ਸਾਊਥ ਵਾਲੀ ਸਾਈਡ ਤੇ ਬੜੀ ਮੇਜਰ ਡਿਵੈਲਪਮੈਂਟਸ ਹੋਈਆਂ ਨੇ ਪਿਛਲੇ 5 ਸਾਲਾਂ 'ਚ। ਇੱਥੇ ਨਾਰਥ 'ਚ ਵੀ ਡਿਵੈਲਪਮੈਂਟ ਹੋਈਆਂ ਨੇ ਤੇ ਜਿਹੜੀ ਨਹੀਂ ਡਿਵੈਲਪਮੈਂਟ ਹੋ ਰਹੀ ਉਹਦੇ ਨਾਲ ਆਫਕੋਰਸ ਲੋਕ ਆ ਰਹੇ ਨੇ ਤੇ ਸਕੂਲਾਂ ਦੀ ਰਿਕੁਆਇਰਮੈਂਟ ਵੀ ਹੈ ਤੇ ਜੇ ਸਾਡੀ ਸਰਕਾਰ ਬਣਦੀ ਹੈ ਤੇ ਡੈਫੀਨਿਟਲੀ ਨਿਊ ਸਕੂਲਾਂ ਦੇ ਬਾਰੇ 'ਚ ਵੀ ਆਪਾਂ ਸੋਚਾਂਗੇ। ਇੱਥੇ ਅਸੀਂ ਹੋਰ ਵੀ ਸੋਚਾਂਗੇ ਜਿਹੜੇ ਐਗਜ਼ਿਸਟਿੰਗ ਸਕੂਲ ਨੇ ਉਹਨਾਂ 'ਚ ਵੈਂਟੀਲੇਸ਼ਨ ਠੀਕ ਹੋਵੇ, ਉਹਦੇ 'ਚ HEPA ਫਿਲਟਰਸ ਲੱਗੇ ਹੋਣ, ਜਿਹੜੇ ਪਰਸਨਲ ਸੇਫਟੀ ਇਕਵਿਪਮੈਂਟ ਟੀਚਰਸ ਦਾ ਉਹ ਹੋਵੇ ਤੇ ਹਰ ਸਕੂਲ 'ਚ ਸਾਡੀ ਪਾਲਿਸੀ ਹੈ ਕਿ ਇੱਕ ਸਾਈਕੋਲੋਜੀਕਲ ਜਿਹੜਾ ਵਰਕਰ ਹੈ ਉਹ ਹਰ ਸਕੂਲ 'ਚ ਦਿੱਤਾ ਜਾਏ ਤਾਂ ਕਿ ਜਿਹੜੀ ਮੈਂਟਲ ਵੈਲਬੀਇੰਗ ਹੈ ਸਟੂਡੈਂਟਸ ਦੀ ਤੇ ਟੀਚਰਸ ਦੀ ਉਹ ਵੀ ਇਨਸ਼ੋਰ ਹੋ ਸਕੇ। ਓਕੇ, ਥੈਂਕ ਯੂ। ਸੋ ਸ਼ਹਿਬਾਜ਼ ਜੀ, ਆਪਾਂ ਸਮਾਲ ਬਿਜ਼ਨਸ ਦੀ ਗੱਲ ਕਰਕੇ ਗਏ ਸੀਗੇ। ਆਪਾਂ ਮੰਨਦੇ ਕਿ ਫੈਡਰਲ ਗਵਰਨਮੈਂਟ ਨੇ ਜਦੋਂ ਕੋਵਿਡ ਚੱਲਿਆ ਉਦੋਂ ਬਹੁਤ ਹੈਲਪ ਕੀਤੀ ਸਮਾਲ ਬਿਜ਼ਨਸ ਨੂੰ। ਹੁਣ ਤੁਸੀਂ ਇੱਕ ਪਾਸੇ ਰਿਲੀਫ ਦੇ ਰਹੇ ਹੋ ਕਿ ਜਿਹੜਾ ਆਪਾਂ $20 ਤੋਂ ਥੱਲੇ ਆਪਾਂ ਜੇ ਫੂਡ ਲੈਣਾ ਤਾਂ ਉੱਤੇ ਕੋਈ HST ਨਹੀਂ ਪੇ ਕਰਨੀ। ਸਮਾਲ ਬਿਜ਼ਨਸ ਦੇ ਜਿਹੜੇ ਕੰਮ ਚਲਾ ਰਹੇ ਨੇ, ਕਿਸੇ ਦੀ ਕੋਈ ਸ਼ਾਪ ਆ, ਰਾਈਟ, ਕਿਸੇ ਦਾ ਕੋਈ ਸਟੋਰ ਆ, ਉਹਨਾਂ ਨੂੰ ਕਿੱਦਾਂ ਤੁਹਾਡੀ ਗਵਰਨਮੈਂਟ ਇਨ ਫਿਊਚਰ ਦੇ ਵਿੱਚ ਕੀ ਪਲਾਨ ਆ ਉਹਦੇ ਲਈ? ਸਾਡੇ ਪਲੇਟਫਾਰਮ 'ਚ ਬੜਾ ਦੇਖੋ ਜੀ, ਸਮਾਲ ਬਿਜ਼ਨਸ ਸਿਰਫ ਓਨਟਾਰੀਓ ਜਾਂ ਕੈਨੇਡਾ ਵਾਸਤੇ ਨਹੀਂ, ਦੁਨੀਆ ਭਰ ਦੀ ਇਕੋਨਮੀਜ਼ ਵਾਸਤੇ ਬੈਕਬੋਨ ਹੁੰਦੀ ਜਿਹੜਾ ਸਮਾਲ ਬਿਜ਼ਨਸ ਹੈ। ਤੇ ਸਮਾਲ ਬਿਜ਼ਨਸ ਨੂੰ ਤੁਸੀਂ ਫੈਸਿਲਿਟੇਟ ਕਰੋਗੇ, ਉਹ ਨਾ ਸਿਰਫ ਆਪਣੇ ਉਹਦੀ ਗਰੋਥ ਹੋਵੇਗੀ ਨਾਲ ਉਹ ਜੌਬਸ ਵੀ ਕ੍ਰੀਏਟ ਕਰਦਾ ਹੈ ਤੇ ਟੈਕਸ ਵੀ ਪੇ ਕਰਦਾ। ਤੇ ਸਾਡੀ ਇਨਸੈਂਟਿਵ ਜਿਹੜਾ ਅਸੀਂ ਦੇ ਰਹੇ ਹਾਂ ਸਮਾਲ ਬਿਜ਼ਨਸ ਨੂੰ ਅਗਲੇ 2 ਸਾਲਾਂ ਵਾਸਤੇ ਉਹ ਹੈ ਕਿ ਉਹਨਾਂ ਦੇ ਜਿਹੜੇ ਟੈਕਸਿਸ ਨੇ ਅਸੀਂ ਵੇਵ ਆਫ ਕਰ ਦਾਂਗੇ। ਸਰਟਨ ਥ੍ਰੈਸ਼ਹੋਲਡਸ ਨੇ, ਡਿਟੇਲਸ ਵੀ ਕੈਨ ਗੈਟ ਇਨਟੂ ਦੋਜ਼ ਡਿਟੇਲਸ ਲੇਟਰ, ਲੇਕਿਨ ਜਿਹੜੇ ਵੀ 2 ਸਾਲ ਦਾ ਰਿਲੀਫ ਹੈ ਉਹ ਸਮਾਲ ਬਿਜ਼ਨਸਿਸ ਨੂੰ ਮਿਲੇਗਾ। ਉਹਦਾ ਫਾਇਦਾ ਇਹ ਹੋਏਗਾ ਕਿ ਦੇ ਵਿਲ ਬੀ ਏਬਲ ਟੂ ਰਿਕਵਰ ਕੁਇਕਲੀ ਆਊਟ ਆਫ ਦ ਪੈਂਡੈਮਿਕ। ਓਕੇ, ਥੈਂਕ ਯੂ। ਸੋ ਮੇਰਾ ਲਾਸਟ ਕੁਐਸਚਨ ਆ ਕਿ ਆਪਾਂ ਦੇਖਿਆ ਕਿ ਓਨਟਾਰੀਓ ਇੱਕ ਮਲਟੀ ਕਲਚਰ ਕੰਟਰੀ, ਇੱਥੇ ਡਿਫਰੈਂਟ ਤਰ੍ਹਾਂ ਦੇ ਲੋਕ ਰਹਿੰਦੇ ਨੇ, ਰਾਈਟ। ਸੋ ਕੀ ਲੱਗਦਾ ਕਿ ਤੁਹਾਡੀ ਰਾਈਡਿੰਗ ਦੇ ਵਿੱਚ ਤੁਹਾਨੂੰ ਹਰ ਇੱਕ ਕਮਿਊਨਿਟੀ ਦਾ ਵਧੀਆ ਸਾਥ ਮਿਲ ਰਿਹਾ, ਚਾਹੇ ਸਾਡੀ ਪੰਜਾਬੀ ਕਮਿਊਨਿਟੀ ਹੋਗੀ, ਤੁਹਾਡੀ ਆਪਣੀ ਆਪ ਦੀ ਕਮਿਊਨਿਟੀ ਹੋਗੀ, ਹਰ ਇੱਕ ਕਮਿਊਨਿਟੀ, ਰਾਈਟ? ਕੀ ਲੱਗਦਾ ਕੋਈ ਨਾਰਾਜ਼ਗੀ ਤਾਂ ਨਹੀਂ ਕਿਸੇ ਨਾਲ? ਕੋਈ ਕਮਿਊਨਿਟੀ ਸਾਰੇ ਵਧੀਆ ਸਾਥ ਦੇ ਰਹੇ ਨੇ ਤੁਹਾਡਾ? ਨਹੀਂ, ਜੋ ਨਾਰਾਜ਼ਗੀ ਤਾਂ ਕਿਸੇ ਦਾ ਨਾਲ ਵੀ ਨਹੀਂ, ਬਲਕਿ ਮੇਰੀ ਤਾਂ ਸਾਰੇ ਨਾਲ ਦੋਸਤੀ ਹੈ, ਹਰ ਕਮਿਊਨਿਟੀ ਨਾਲ ਮੈਂ ਇਨਵੋਲਵਡ ਹਾਂ। ਤੇ ਕੈਨੇਡਾ ਕਾਲਟਨ ਵਾਕਈ ਯੂ ਰਾਈਟ, ਇਟਸ ਅ ਵਾਈਡ ਕਮਿਊਨਿਟੀ। ਇਹਦੇ 'ਚ ਹਰ ਰੰਗ ਨਸਲ ਦਾ, ਹਰ ਰੂਪ ਦਾ ਬੰਦਾ ਇੱਥੇ ਮੌਜੂਦ ਹੈ, ਹਰ ਬੋਲੀ ਬੋਲਣ ਵਾਲਾ ਮੌਜੂਦ ਹੈ। ਤੇ ਜਿਸਲੇ ਲੈਟਸ ਸੇ ਜਿਹੜਾ ਵੀ ਇੱਥੋਂ ਇਲੈਕਸ਼ਨ ਲੜਦਾ ਹੈ ਜਾਂ ਜਿੱਦਾਂ ਉਹ ਕਿਸੇ ਇੱਕ ਕਮਿਊਨਿਟੀ ਦਾ ਰਿਪਰੈਜ਼ੈਂਟੇਟਿਵ ਤਾਂ ਹੁੰਦਾ ਨਹੀਂ, ਉਹ ਸਾਰੀ ਕਮਿਊਨਿਟੀ ਦਾ ਰਿਪਰੈਜ਼ੈਂਟੇਟਿਵ ਹੁੰਦਾ ਹੈ। ਤੇ ਜਿਹੜੀ ਵੀ ਸਾਡੀ ਕਮਿਊਨਿਟੀ ਇੱਥੇ ਰਹਿੰਦੀ ਹੈ, ਇੱਥੇ ਬੜੇ ਸਕਸੈਸਫੁਲ ਲੋਕ ਰਹਿੰਦੇ ਨੇ ਤੇ ਦੁਨੀਆ ਦੀ ਹਰ ਤਰਫ ਆ ਕੇ ਇੱਥੇ ਰਹਿੰਦੇ ਨੇ। ਤੇ ਮੇਰਾ ਤੇ ਜੇ ਆਵਾਮ ਮੈਨੂੰ ਟਰਸਟ ਕਰਦੀ ਹੈ ਕਿ ਮੈਂ MPP ਦਾ ਇਲੈਕਸ਼ਨ ਜੇ ਅਸੀਂ ਜਿੱਤ ਜਾਂਦੇ ਤਾਂ ਆਈ ਵਿਲ ਬੀ ਰਿਪਰੈਜ਼ੈਂਟੇਟਿਵ ਆਫ ਐਵਰੀਵਨ ਇਨ ਕੈਨੇਡਾ ਕਾਲਟਨ, ਨਾਟ ਆਫ ਅ ਸਿੰਗਲ ਕਮਿਊਨਿਟੀ ਇਨ ਕੈਨੇਡਾ। ਸਾਰਿਆਂ ਵਾਸਤੇ ਕੰਮ ਕਰਾਂਗੇ, ਮਿਲ ਕੇ ਕਰਾਂਗੇ, ਹਰ ਇੱਕ ਦੇ ਨਾਲ ਹੱਥ ਮਿਲਾ ਕੇ ਕਰਾਂਗੇ। ਓਕੇ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸ਼ਹਿਬਾਜ਼ ਜੀ ਜੋ ਕਿ ਓਨਟਾਰੀਓ ਲਿਬਰਲ ਪਾਰਟੀ ਤੋਂ MPP ਦਾ ਇਲੈਕਸ਼ਨ ਲਈ ਖੜੇ ਹੋਏ ਨੇ ਕੈਨੇਡਾ ਕਾਲਟਨ ਦੇ ਵਿੱਚ। ਸੋ ਕਾਫੀ ਮਿਹਨਤ ਕਰ ਰਹੇ ਨੇ, ਆਈ ਹੋਪ ਕਿ ਸਕਸੈਸਫੁਲ ਜ਼ਰੂਰ ਹੋਣ। ਸੋ ਕਾਫੀ ਮੁੱਦਿਆਂ ਤੇ ਚਰਚਾ
ਚਰਚਾ ਕੀਤੀ ਹੈ, ਹੋਣੀ ਵੀ ਚਾਹੀਦੀ ਹੈ, ਲੋਕਾਂ ਨੂੰ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ ਕਿ ਕੀ ਇਸ਼ੂਜ਼ ਨੇ ਓਨਟਾਰੀਓ ਦੇ ਵਿੱਚ। ਸੋ ਥੈਂਕ ਯੂ ਸੋ ਮਚ ਸ਼ਹਿਬਾਜ਼ ਭਾਈ, ਨਾਈਸ ਟੂ ਟਾਕ ਟੂ ਯੂ, ਨਾਈਸ ਟੂ ਮੀਟ ਯੂ, ਥੈਂਕ ਯੂ, ਥੈਂक्स फॉर टाइम एंड थैंक्स फॉर पेशेंस, थैंक यू सो मच। बहुत अच्छा लगा ताज तुसी आए, बड़ी अच्छी गलबात हुई, काफ़ी अरसे नाल मैं इतनी ज़्यादा पंजाबी बोली है तो मेरा जुबान दे जाले भी लह गए ने, तो मैं दोबारा रवा हो गया। ਮੈਨੂੰ ਵੀ ਐ ਹੁੰਦਾ ਕਿ ਆਪਣੀ ਲੈਂਗੁਏਜ 'ਚ ਗੱਲਬਾਤ ਕਰੀਏ ਤਾਂ ਜੋ ਲੋਕਾਂ ਨੂੰ ਸਮਝਣਾ ਆਸਾਨ ਹੋ ਜਾਏ। ਬਿਲਕੁਲ, ਜਿਹੜੀ ਮਾਂ ਬੋਲੀ ਹੁੰਦੀ ਹੈ ਉਹ ਤੇ ਫਿਰ ਡਾਇਰੈਕਟ ਦਿਲ 'ਚ ਜਾਂਦੀ ਹੈ ਨਾ, ਤੇ ਉਹ ਮੈਨੂੰ ਬੜਾ ਅੱਛਾ ਲੱਗਿਆ ਅੱਜ ਪੰਜਾਬੀ 'ਚ। ਮੇਰਾ ਖਿਆਲ ਹੈ ਮੇਰਾ ਜ਼ਿੰਦਗੀ ਦਾ ਪਹਿਲਾ ਇੰਟਰਵਿਊ ਪੰਜਾਬੀ 'ਚ ਸੀ ਤੇ ਆਈ ਰੀਲੀ ਲਵਡ ਇਟ। ਯੂ ਨੋ ਆਈ ਹੋਪ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗਿਆ ਹੋਵੇਗਾ, ਤੇ ਜਿਹੜੇ ਵੀ ਸਬਸੀਕੁਐਂਟ ਕੁਐਸਚਨ ਵੀ ਹੋਣ ਤੁਸੀਂ ਪਲੀਜ਼ ਯੂ ਆਰ ਆਲਵੇਜ਼ ਵੈਲਕਮ। ਓਕੇ, ਥੈਂਕ ਯੂ ਸੋ ਮਚ ਸ਼ਹਿਬਾਜ਼ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਧੰਨਵਾਦ।